ਸਾਡੀ ਜਥੇਬੰਦੀ ਬੇਰੁਜ਼ਗਾਰ ਟੈਟ ਪਾਸ ਅਧਿਆਪਕ ਯੂਨੀਅਨ ਪੰਜਾਬ। ਤਾਂ ਜਿਹੜੇ ਮਸਲੇ ਆ, ਮਸਲੇ 4.5 ਸਾਲ ਤੋਂ ਇੱਕ ਹੀ ਮਸਲਾ ਰੁਜ਼ਗਾਰ ਦਾ ਮਸਲਾ। ਉਹ ਰੁਜ਼ਗਾਰ ਦੇ ਮਸਲੇ ਤੇ ਲੜਾਈ ਲਗਾਤਾਰ ਜਿਹੜੀ ਆ 4.5 ਸਾਲ 5 ਸਾਲ ਤੋਂ ਚੱਲ ਰਹੀ ਆ। ਤਾਂ ਜਿਹੜੀ ਇੱਥੇ ਬੈਠਣ ਦਾ ਕੋਈ ਇੱਥੇ ਸਿੱਧਾ ਸੀ ਇੱਥੇ ਆਣ ਕੇ ਨਹੀਂ ਬੈਠ ਗਏ। ਜਿਹੜਾ 4.5 ਸਾਲ ਤੋਂ ਪਹਿਲਾਂ ਦੀਨਾਨਗਰ ਤੋਂ ਸੰਘਰਸ਼ ਜਿਹੜਾ ਸ਼ੁਰੂ ਕਰਕੇ ਉਸ ਤੋਂ ਬਾਅਦ ਸਹਾਣਾ ਟੈਂਕੀ, ਉਸ ਤੋਂ ਬਾਅਦ ਮਹਿਮਦਪੁਰ ਮੰਡੀ ਪਟਿਆਲਾ ਵਿਖੇ, ਉਸ ਤੋਂ ਬਾਅਦ ਬਹਾਦਰਗੜ੍ਹ ਟੈਂਕੀ, ਉਸ ਤੋਂ ਬਾਅਦ ਸੰਗਰੂਰ ਟੈਂਕੀ, ਉਸ ਤੋਂ ਬਾਅਦ ਫਿਰ ਸੰਗਰੂਰ 'ਚ ਪੱਕਾ ਮੋਰਚਾ ਜਿਹੜਾ ਡੀਸੀ ਦਫ਼ਤਰ ਮੂਹਰੇ ਲੱਗਿਆ। ਉਸ ਤੋਂ ਬਾਅਦ ਪਟਿਆਲੇ 135 ਦਿਨ ਸੁਰਿੰਦਰਪਾਲ ਵੀਰ ਦਾ ਸੰਘਰਸ਼। ਤੇ ਉਸ ਤੋਂ ਬਾਅਦ ਜਦੋਂ ਸਾਡੀਆਂ 6635 ਪੋਸਟਾਂ ਆਈਆਂ, 6635 ਪੋਸਟਾਂ ਆਉਣ ਤੋਂ ਬਾਅਦ ਜਦੋਂ ਸਾਡਾ ਉਹਨਾਂ ਪੋਸਟਾਂ ਦੇ ਉੱਪਰ ਵੀ ਸਰਕਾਰ ਵੱਲੋਂ ਜਿਹੜਾ ਵਧੀਆ ਜਿਹੜਾ ਉਹਦੇ ਤੇ ਨਾ ਲੜਾਈ ਕਰਕੇ ਤੇ ਜਿਹੜਾ ਉਹਨਾਂ ਪੋਸਟਾਂ ਨੂੰ ਵੀ ਸਾਡਾ ਖਤਰੇ ਵਿੱਚ ਲਿਜਾਇਆ ਗਿਆ। ਉਹਨਾਂ ਪੋਸਟਾਂ ਨੂੰ ਬਚਾਉਣ ਦੇ ਵਾਸਤੇ ਅੱਜ ਖਰੜ ਦੇ ਵਿੱਚ ਜਿਹੜੇ ਸਾਡੇ ਸਾਥੀ ਆ ਪਿਛਲੇ 28-29 ਦਿਨ ਤੋਂ ਟੈਂਕੀ ਦੇ ਉੱਪਰ ਡਟੇ ਹੋਏ ਆ। ਤੇ ਜਿਹੜੇ ਇੱਥੇ ਸਾਡੇ ਸਾਥੀ ਆ ਬਲਵਿੰਦਰ ਵੀਰ ਸੀ, ਓਵਰਏਜ ਦੇ ਮਸਲੇ ਨੂੰ ਲੈ ਕੇ ਇੱਥੇ ਮਰਨ ਵਰਤ ਤੇ ਬੈਠੇ ਸੀ, ਜਿਨ੍ਹਾਂ ਨੂੰ ਅੱਜ ਜਬਰੀ ਪ੍ਰਸ਼ਾਸਨ ਵੱਲੋਂ ਚੁੱਕ ਕੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਜਿਹੜਾ ਮਸਲਾ 4.5 ਸਾਲ ਤੋਂ ਜਿਹੜੀ ਤੁਹਾਨੂੰ ਮੈਂ ਜਿੰਨਾ ਦੱਸ ਦਿੱਤਾ, ਇਹ ਕੋਈ ਕਿਸੇ ਪਾਰਟੀ ਨੂੰ ਪ੍ਰਮੋਟ ਕਰਨ ਵਾਸਤੇ ਨਹੀਂ, ਇਹ ਸਿਰਫ ਜੌਬ ਵਾਸਤੇ ਲੜਾਈ ਸੀ। ਉਹ ਜੌਬ ਜਿਹੜੀ ਕਾਂਗਰਸ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਘਰ ਘਰ ਰੁਜ਼ਗਾਰ ਦਾ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਸੀ। ਤਾਂ ਉਹ ਵਾਰ-ਵਾਰ ਉਸ ਸਰਕਾਰ ਨੂੰ ਜਗਾਉਣ ਵਾਸਤੇ, ਉਸ ਸਰਕਾਰ ਨੂੰ ਹਲੂਣਾ ਦਿਵਾਉਣ ਵਾਸਤੇ ਲਗਾਤਾਰ ਜਿਹੜੇ ਪ੍ਰੋਟੈਸਟ ਆ ਉਹ ਸਾਰੇ ਪੰਜਾਬ ਵਿੱਚ ਚੱਲਦੇ ਰਹੇ। ਕਿਤੇ ਨਾ ਕਿਤੇ ਨੌਕਰੀਆਂ ਤਾਂ ਦਿੱਤੀਆਂ 6635, ਪਰ ਉਹਨਾਂ ਨੌਕਰੀਆਂ ਨੂੰ ਕੋਟਾਂ ਦੇ ਵਿੱਚ ਸਰਕਾਰ ਵੱਲੋਂ ਹੀ ਉਲਝਾ ਕੇ ਰੱਖ ਦਿੱਤਾ ਗਿਆ। ਜਿੰਨਾ ਚਿਰ ਸਰਕਾਰ ਉਹਨਾਂ ਤੇ ਕੋਈ ਪੁਖਤਾ ਜਿਹੜਾ ਹੱਲ ਨਹੀਂ ਕੱਢਦੀ ਕੋਰਟ ਦੇ ਵਿੱਚ ਬਰਾਬਰ, ਤਾਂ ਰੁਜ਼ਗਾਰ ਦਿੱਤੇ ਬਿਨਾਂ ਇਹਨਾਂ ਦਾ ਜਿਹੜਾ ਤੁਹਾਡਾ ਨਹੀਂ ਹੋਣਾ। ਅਸੀਂ ਬੇਰੁਜ਼ਗਾਰਾਂ ਦਾ ਟਾਈਮ ਵਧੀਆ ਹੋਵੇ। ਬਾਕੀ ਕਰਨਗੇ ਬਹੁਤ ਹੀ ਸਤਿਕਾਰਯੋਗ ਬੇਰੁਜ਼ਗਾਰ ਏਟੀ ਟੈਟ ਪਾਸ ਅਧਿਆਪਕ ਯੂਨੀਅਨ ਸਾਥੀਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਸਾਥੀਓ, ਆਪਣੇ ਨਿਰਮਲ ਸਿੰਘ ਜੀਰਾ ਸਾਥੀ ਸਾਰੀਆਂ ਗੱਲਾਂ ਦੇ ਰਾਹੀਂ ਤੁਹਾਨੂੰ ਸਾਰੇ ਵਿਚਾਰ ਜਿਹੜੇ ਉਹ ਰੱਖ ਚੁੱਕੇ ਨੇ ਤੁਹਾਡੇ ਅੱਗੇ। ਕਿ ਇੱਥੋਂ ਤੱਕ ਤੁਹਾਨੂੰ ਦੱਸ ਦਈਏ ਕਿ ਸਰਕਾਰ ਅੱਜ ਦੀ ਨਹੀਂ, ਪਹਿਲਾਂ ਵੀ ਜਿਹੜੀਆਂ ਸਰਕਾਰਾਂ ਸੱਤਾ ਦੇ ਵਿੱਚ ਆਈਆਂ ਨੇ ਉਹਨਾਂ ਨੇ ਸਿਰਫ ਰੋਜ਼ਗਾਰੂ ਮਾਰੂ ਨੀਤੀਆਂ ਲਿਆ ਕੇ ਪ੍ਰਾਈਵੇਟ ਦਾਇਰਿਆਂ ਨੂੰ ਅੱਗੇ ਲਿਆਉਣ ਦਾ ਜਿਹੜਾ ਉਹਨਾਂ ਦਾ ਮਕਸਦ ਰਿਹਾ ਹੈ। ਸੋ ਅੱਜ ਵੀ ਉਸੇ ਤਰੀਕੇ ਦੇ ਨਾਲ ਹੀ ਜਿਹੜੀਆਂ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਦੇ ਨਾਲ ਰਲ ਕੇ ਉਹਨਾਂ ਨਾਲ ਟੇਬਲ ਟਾਕ ਕਰਕੇ ਤਾਂ ਅੱਜ ਵੀ ਸਰਕਾਰੀ ਦਾਇਰਿਆਂ ਨੂੰ, ਚਾਹੇ ਉਹ ਹੈਲਥ ਡਿਪਾਰਟਮੈਂਟ ਲੈ ਲਈਏ, ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਲੈ ਲਈਏ, ਚਾਹੇ ਹੋਰ ਵੀ ਜਿਹੜੇ ਸਰਕਾਰੀ ਦਾਇਰੇ ਹੈਗੇ ਨੇ ਉਹਨਾਂ ਨੂੰ ਖਤਮ ਕਰਨ ਦਾ ਜਿਹੜਾ ਉਹਨਾਂ ਨੇ ਇੱਕ ਪ੍ਰਾਈਵੇਟ ਜਿਹੜਾ ਦਾਇਰਾ ਸ਼ੁਰੂ ਕਰਨ ਦਾ ਜਿਹੜਾ ਉਹਨਾਂ ਦਾ ਮਕਸਦ ਜਿਹੜਾ ਬਣਿਆ ਹੋਇਆ ਹੈ। ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਵੀ ਮੌਜੂਦਾ ਜਿਹੜੀਆਂ ਸਰਕਾਰਾਂ ਨੇ ਉਹ ਪ੍ਰਾਈਵੇਟ ਦਾਇਰੇ ਨੂੰ ਮੋਹਰੇ ਰੱਖ ਕੇ ਜਿਹੜੀ ਉਹ ਚੱਲ ਰਹੀਆਂ ਨੇ। ਤੁਹਾਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰ ਸਕੂਲਾਂ ਨੂੰ ਚਲਾਉਣ ਦੀ ਬਜਾਏ ਸਕੂਲਾਂ 'ਚ ਅਧਿਆਪਕ ਕਿਉਂ ਭਰਤੀ ਨਹੀਂ ਕਰ ਰਿਹਾ ਹੈ, ਕਿਉਂਕਿ ਪ੍ਰਾਈਵੇਟ ਦਾਇਰੇ ਜਿਹੜੇ ਪ੍ਰਾਈਵੇਟ ਸਕੂਲ ਨੇ, ਕਾਲਜ ਨੇ, ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਨੇ। ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਫੰਡਿੰਗ ਜਿਹੜੀ ਹੈ ਉਹ ਸਿੱਧੇ ਤੌਰ ਤੇ ਜਿਹੜੀ ਉਹ ਸਰਕਾਰ ਦੀ ਜੇਬਾਂ ਦੇ ਵਿੱਚ ਜਾਂਦੀ ਹੈ। ਉਸ ਦਾ ਕੋਈ ਹਿਸਾਬ ਕਿਤਾਬ ਜਿਹੜਾ ਹੈ ਉਹਨਾਂ ਕੋਲ ਨਹੀਂ ਲਿੱਤਾ ਜਾਂਦਾ। ਅਤੇ ਤੁਹਾਨੂੰ ਇੱਕ ਗੱਲ ਇਹ ਦੱਸ ਦਈਏ ਕਿ ਸਰਕਾਰੀ ਸਕੂਲਾਂ ਨੂੰ ਕਿਉਂ ਸਰਕਾਰ ਖਤਮ ਕਰਨਾ ਚਾਹੁੰਦੀ ਹੈ ਕਿ ਗਰੀਬ ਜਨਤਾ ਜਿਹੜੀ ਹੈਗੀ ਹੈ ਉਹ ਨਾ ਪੜ੍ਹੇ ਲਿਖੇ, ਉਹ ਸਾਡੇ ਮੂਹਰੇ ਆ ਕੇ ਸਾਡੇ ਨਾਲ ਕੋਈ ਸਵਾਲ ਜਵਾਬ ਨਾ ਕਰੇ। ਤਾਂ ਹਮੇਸ਼ਾ ਵਾਸਤੇ ਜਿਵੇਂ ਅੰਗਰੇਜ਼ਾਂ ਦੇ ਵਿੱਚ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਵਾਲਾ ਜਿਹੜਾ ਉਹਨਾਂ ਦੇ ਕੋਲ ਇੱਕ ਦਿਮਾਗੀ ਜਿਹੜਾ ਉਹਨਾਂ ਕੋਲ ਇੱਕ ਢਾਂਚਾ ਬਣਿਆ ਹੋਇਆ ਸੀ ਕਿ ਅਸੀਂ ਕਿਸੇ ਤਕਨੀਕ ਰਾਹੀਂ ਇਹਨਾਂ ਲੋਕਾਂ ਨੂੰ ਗੁਲਾਮ ਕਰਕੇ ਤੇ ਰਾਜ ਕਰਨਾ ਹੈ। ਉਹੀ ਇਹ ਸਾਡੀਆਂ ਸਰਕਾਰਾਂ ਜਿਹੜੀਆਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਜਿਹੜਾ ਕਾਲੇ ਅੰਗਰੇਜ਼ ਸਾਡੇ ਜਿਹੜੇ ਅੱਜ ਸਾਡੇ ਉੱਪਰ ਜਿਹੜਾ ਰਾਜ ਕਰ ਰਹੇ ਨੇ ਉਹ ਵੀ ਉਸੇ ਨੀਤੀ ਤੋਂ ਹੀ ਚੱਲੇ ਹੋਏ ਨੇ। ਇਹ ਨਾ ਆਪਾਂ ਸਮਝ ਲਈਏ ਕਿ ਅਸੀਂ ਆਜ਼ਾਦ ਹੋ ਗਏ ਹਾਂ। ਆਜ਼ਾਦ ਕਾਹਦੇ ਹਾਂ? ਅੱਜ ਵੀ ਅਸੀਂ ਸੜਕਾਂ ਤੇ ਰੋਲ ਰਹੇ ਹਾਂ ਰੁਜ਼ਗਾਰ ਦੀ ਖਾਤਰ। ਸ਼ਹੀਦ ਭਗਤ ਸਿੰਘ ਦਾ ਇੱਕ ਸੁਪਨਾ ਸੀਗਾ ਕਿ ਘਰ ਘਰ ਦੇ ਵਿੱਚ ਜਿਹੜਾ
ਉਹ ਸਾਰੇ ਰੁਜ਼ਗਾਰ ਹੋਊਗਾ, ਇਹ ਸਾਡਾ ਦੇਸ਼ ਖੁਸ਼ਹਾਲ ਹੋਊਗਾ। ਪਰੰਤੂ ਇਹ ਕਾਲੇ ਅੰਗਰੇਜ਼ਾਂ ਦੇ ਹੱਥੀ ਜਿਹੜਾ ਰਾਜ ਆਇਆ ਹੋਇਆ ਹੈ, ਅੱਜ ਵੀ ਅਸੀਂ ਇਹ ਰਾਜ ਜਿਹੜਾ ਹੈਗਾ ਅੰਗਰੇਜ਼ਾਂ ਤੋਂ ਰਾਜ ਤੋਂ ਕੋਈ ਘੱਟ ਨਹੀਂਗਾ। ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਇਹ ਸਾਰੇ ਸਰਕਾਰੀ ਦਾਇਰੇ ਜਿਹੜੇ ਹੈ ਠੇਕੇ ਦੇ ਆਧਾਰ ਤੇ ਉਹਨਾਂ ਨੂੰ ਜਿਹੜਾ ਉਹ ਦੇਣਾ ਚਾਹੁੰਦੀ ਹੈ ਸਰਕਾਰ। ਤੇ ਇੱਥੇ ਇੱਕ ਗੱਲ ਦੱਸ ਦੇਵਾਂ ਕਿ ਜਿਹੜੀ ਕਾਂਗਰਸ ਸਰਕਾਰ ਹੈ, ਕੈਪਟਨ ਸੀਗੇ ਸਾਡੇ ਸੀਐਮ ਸਾਹਿਬ ਰਤਾ ਭਰ ਵੀ 4.5 ਸਾਲਾਂ ਦੇ ਵਿੱਚ ਜਿਹੜੀ ਉਹਨਾਂ ਨੇ ਬੇਰੁਜ਼ਗਾਰਾਂ ਦੀ ਜਿਹੜੀ ਉਹ ਸਾਰ ਨਹੀਂ ਲਿੱਤੀ, ਕਿਉਂਕਿ ਉਹ ਆਪਣੇ ਮਹਿਲਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲੇ। ਤਾਂ ਕਿੱਥੋਂ ਸਾਡੇ ਨਾਲ ਜਿਹੜੇ ਹੈ ਉਹ ਗੱਲਬਾਤ ਕਰਦੇ। ਉਹ ਪਟਿਆਲੇ ਦੇ ਵਿੱਚ ਬੇਰੁਜ਼ਗਾਰਾਂ ਨੇ ਬਹੁਤ ਸਾਰੇ ਜਿਹੜੇ ਉਹ ਪ੍ਰੋਟੈਸਟ ਕੀਤੇ ਕਿ ਤੁਸੀਂ ਕੈਪਟਨ ਸਾਹਿਬ ਜੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕਰੇ ਸੀਗੇ, ਸਾਡੇ ਨਾਲ ਘਰਾਂ ਦੇ ਵਿੱਚ ਬੈਠ ਕੇ ਤੁਸੀਂ ਮੰਜਿਆਂ ਤੇ ਸਾਡੇ ਨਾਲ ਖਾਣਾ ਖਾਦਾ ਸੀਗਾ ਕਿ ਤੁਹਾਨੂੰ ਬੇਰੁਜ਼ਗਾਰਾਂ ਨੂੰ ਜਿਹੜਾ ਉਹ ਰੁਜ਼ਗਾਰ ਜਿਹੜਾ ਦਿੱਤਾ ਜਾਊਗਾ, ਘਰ ਘਰ ਦੇ ਵਿੱਚ ਨੌਕਰੀ ਜਿਹੜੀ ਉਹ ਦਿੱਤੀ ਜਾਊਗੀ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਸੀਗੇ ਉਹ ਗੁੰਮਰਾਹ ਹੋਈ ਕਿ ਹੁਣ ਕੈਪਟਨ ਸਾਹਿਬ ਸਾਨੂੰ ਜਿਹੜਾ ਹੈ ਉਹ ਰੁਜ਼ਗਾਰ ਜਿਹੜਾ ਜ਼ਰੂਰ ਦੇਣਗੇ, ਕਿਉਂਕਿ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਇਹ ਸਾਰਾ ਕੁਝ ਜਿਹੜਾ ਉਹਨਾਂ ਨੇ ਬਿਆਨ ਕਰਿਆ ਸੀਗਾ ਕਿ ਅਸੀਂ ਸਾਰਿਆਂ ਨੂੰ ਰੁਜ਼ਗਾਰ ਦੇਵਾਂਗੇ, ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ। ਬਹੁਤ ਸਾਰੇ ਵੱਡੇ ਵੱਡੇ ਵਾਅਦੇ ਜਿਹੜੇ ਆ ਉਹ ਕੈਪਟਨ ਸਾਹਿਬ ਨੇ ਕੀਤੇ ਸੀਗੇ, ਪਰੰਤੂ ਰਤਾ ਭਰ ਵੀ ਉਹਨਾਂ ਨੇ ਕੋਈ ਵੀ ਵਾਅਦਾ ਜਿਹੜਾ ਹੈ ਉਹ ਪੂਰਾ ਨਹੀਂ ਕੀਤਾ। ਪਟਿਆਲੇ ਦੇ ਵਿੱਚ ਬਹੁਤ ਸਾਰੇ ਪ੍ਰੋਟੈਸਟ ਜਿਹੜੇ ਉਹ ਕੀਤੇ ਗਏ, ਹਰੇਕ ਜਥੇਬੰਦੀ ਦੇ ਵੱਲੋਂ, ਇਕੱਲੇ ਈਟੀਟੀ ਦੀ ਨਹੀਂ, ਬੀਐਡ ਅਤੇ ਹੋਰ ਵੀ ਬਹੁਤ ਸਾਰੇ ਜਥੇਬੰਦੀਆਂ ਵੱਲੋਂ ਪ੍ਰੋਟੈਸਟ ਕੀਤੇ ਗਏ, ਜਿੰਦੇ ਵਿੱਚ ਸਾਡੀ ਬੇਰੁਜ਼ਗਾਰ ਈਟੀ ਟੈਟ ਪਾਸ ਜਥੇਬੰਦੀ ਵੱਲੋਂ ਵੀ ਪਟਿਆਲੇ ਦੇ ਵਿੱਚ, ਸੰਗਰੂਰ ਦੇ ਵਿੱਚ ਸੰਘਰਸ਼ ਜਿਹੜਾ ਉਹ ਵਿੱਢਿਆ ਹੋਇਆ ਸੀਗਾ। ਜਦੋਂ ਪਟਿਆਲੇ ਦੇ ਵਿੱਚ ਸਾਡੇ ਸੁਰਿੰਦਰਪਾਲ ਸਿੰਘ ਨੇ 135 ਦਿਨ ਟਾਵਰ ਦੇ ਉੱਪਰ ਬੈਠਾ ਰਿਹਾ, ਤਾਂ ਸਰਕਾਰ ਉੱਥੋਂ ਦੇ ਐਮਐਲਏ ਪਟਿਆਲੇ ਦੇ ਕੋਈ ਵੀ ਸਾਡੀ ਸਾਰ ਲੈਣ ਦੇ ਲਈ ਨਹੀਂ ਪਹੁੰਚੇ, ਕਿਉਂਕਿ ਉਹ ਇੱਕ ਕਾਰਪੋਰੇਟ ਘਰਾਣਿਆਂ ਦੇ ਨਾਲ ਸਾਰੇ ਹੀ ਜੁੜੇ ਹੋਏ ਨੇ। ਕੋਈ ਉਹ ਸਰਕਾਰੀ ਦਾਇਰਿਆਂ ਨੂੰ ਚਲਾਉਣਾ ਨਹੀਂ ਚਾਹੁੰਦੇ, ਕਿਉਂਕਿ ਉਹੀ ਐਮਐਲਏ, ਉਹੀ ਮੰਤਰੀ ਜਿਨ੍ਹਾਂ ਦੇ ਆਪਦੇ ਵੱਡੇ ਵੱਡੇ ਕਾਲਜ ਹੈਗੇ ਆ, ਵੱਡੇ ਉਹਨਾਂ ਦੇ ਸਕੂਲ ਖੁੱਲੇ ਹੋਏ ਆ, ਤਾਂ ਉਹ ਸਰਕਾਰੀ ਸਕੂਲ ਕਿਉਂ ਚਲਾਉਣਗੇ? ਕਿਉਂਕਿ ਜੇਕਰ ਸਰਕਾਰੀ ਸਕੂਲਾਂ ਦੇ ਵਿੱਚ ਬਚਾਉਣਗੇ, ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਆ ਐਡਮਿਸ਼ਨਾਂ ਜਿਹੜੀਆਂ ਉਹ ਘੱਟ ਹੋਣਗੀਆਂ, ਬੱਚੇ ਘੱਟ ਹੋਣਗੇ ਤਾਂ ਉਹਨਾਂ ਦੀ ਇਨਕਮ ਘੱਟ ਹੋਊਗੀ। ਸੋ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਆਪਾਂ ਨੂੰ ਸਾਰਿਆਂ ਨੂੰ। ਤਾਂ ਬੇਰੁਜ਼ਗਾਰ ਈਟੀਟੀ ਵਾਲੇ ਕਾਫੀ ਲੰਮੇ ਸਮੇਂ ਤੋਂ 5 ਸਾਲ ਹੋ ਗਏ ਲਗਾਤਾਰ ਜਿਹੜੇ ਉਹ ਪ੍ਰੋਟੈਸਟ ਕਰਦੇ ਰਹਿ ਗਏ। ਸੰਗਰੂਰ ਦੇ ਉੱਪਰ ਟੈਂਕੀ ਦੇ ਉੱਪਰ ਵੀ ਡਟੇ ਰਹੇ, ਸਾਡੀਆਂ ਭੈਣਾਂ ਨੂੰ ਮਜਬੂਰਨ ਟੈਂਕੀ ਦੇ ਉੱਪਰ ਵੀ ਬੈਠਣਾ ਪੈ ਗਿਆ। ਫਿਰ ਨਹਿਰਾਂ ਦੇ ਵਿੱਚ ਵੀ ਸਾਥੀਆਂ ਨੇ ਛਾਲਾਂ ਮਾਰੀਆਂ। 2364 ਪੋਸਟ ਆਈ, ਜਿਸ ਦੇ ਵਿੱਚ ਗਲਤ ਰੂਲ ਬਣਾਉਣ ਕਰਕੇ ਸਾਨੂੰ ਅੱਜ ਵੀ ਜਿਹੜੀ ਆ 2364 ਪੋਸਟ ਸਾਡੇ ਹੱਥੋਂ ਜਿਹੜੀ ਹੈ ਉਹ ਖੁੱਸਦੀ ਜਿਹੜੀ ਉਹ ਨਜ਼ਰ ਆ ਰਹੀ ਹੈ। ਤਾਂ ਇਹ ਸਰਕਾਰ ਦੀਆਂ ਨਲਾਇਕੀਆਂ ਦੇ ਕਾਰਨ, ਜੇਕਰ ਸਰਕਾਰ ਗੌਰਮੈਂਟ ਜੋਬ, ਸਰਕਾਰੀ ਜੋਬ ਦੇਣਾ ਹੀ ਚਾਹੁੰਦੀ, ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਭੇਜਣਾ ਹੀ ਚਾਹੁੰਦੀ, ਤਾਂ ਉਹ ਗਲਤ ਰੂਲ ਕਿਉਂ ਬਣਾਉਂਦੀ? ਇੱਕ ਆਈਏਐਸ ਅਫਸਰ ਜਦੋਂ ਗਲਤ ਰੂਲ ਬਣਾ ਕੇ ਉਹ ਰੁਜ਼ਗਾਰ ਦੇਣ ਤੋਂ ਬਾਹਰ ਕਰ ਰਿਹਾ, ਤਾਂ ਸਰਕਾਰ ਕਿੱਥੇ ਸੀਗੀ? ਸਰਕਾਰ ਦੇ ਨਾਲ ਬੈਠ ਕੇ ਉਹਨਾਂ ਦੀ ਮੀਟਿੰਗ ਨਹੀਂ ਹੋਈ ਸੀ। ਸਰਕਾਰ ਭਲੀਭਾਂਤ ਜਾਣਦੀ ਸੀਗੀ। ਸਰਕਾਰ ਨੇ ਇਹ ਜਾਣ ਬੁੱਝ ਕੇ ਆਪ ਹੀ ਕਰਵਾਇਆ ਇਹ ਸਾਰਾ ਕੁਝ ਕੰਮ, ਕਿਉਂਕਿ ਇਕੱਲੇ ਆਈਏਐਸ ਅਫਸਰ ਦਾ ਇਹ ਕੰਮ ਨਹੀਂ ਹੁੰਦਾ, ਚਾਹੇ ਉਹ ਸੈਕਟਰੀ ਹੋਵੇ, ਚਾਹੇ ਕੁਛ ਮਰਜ਼ੀ। ਇਹਦੇ ਵਿੱਚ ਸਭ ਤੋਂ ਜ਼ਿਆਦਾ ਸ਼ਮੂਲੀਅਤ ਜਿਹੜੀ ਹੈ ਉਹ ਸਾਡੇ ਮੰਤਰੀਆਂ ਦੀ ਹੈ, ਸਾਡੇ ਸੀਐਮ ਸਾਹਿਬ ਦੀ ਹੈ, ਜਿਹੜੇ ਕੈਪਟਨ ਸਾਹਿਬ ਸੀਗੇ, ਜਿਨ੍ਹਾਂ ਨੇ ਕਿ ਗਲਤ ਰੂਲ ਜਿਹੜੇ ਆ ਉਹ ਬਣਵਾ ਕੇ ਅੱਜ ਸਾਨੂੰ ਰੁਜ਼ਗਾਰ ਦੇਣ ਤੋਂ ਜਿਹੜਾ ਉਹ ਬਾਹਰ ਕਰ ਦਿੱਤਾ ਗਿਆ। ਸੋ ਲੰਮੇ ਸੰਘਰਸ਼ ਤੋਂ ਬਾਅਦ ਸਾਨੂੰ ਜਿਹੜਾ ਟਾਵਰ ਤੋਂ ਬਾਅਦ ਜਿਹੜਾ 135 ਦਿਨ ਦਾ, ਉਸ ਸਮੇਂ ਤੋਂ ਬਾਅਦ ਸਾਨੂੰ 6635 ਜਿਹੜੀ ਪੋਸਟ ਮਿਲੀ ਹੈ, ਉਸ ਪੋਸਟ ਤੇ ਵੀ ਜਿਹੜਾ ਉਹ ਸਟੇ ਲੱਗਿਆ ਹੋਇਆ ਹੈ, ਜਿਹੜੇ ਕਿ ਉਹਦੇ ਅਪਾਇੰਟਮੈਂਟ ਲੈਟਰ ਜਿਹੜੇ ਹੈ ਉਹ ਨਹੀਂ ਦਿੱਤੇ ਜਾ ਰਹੇ। 6635 ਦਾ ਪ੍ਰੋਸੈਸ ਵੀ ਜਿਹੜਾ ਹੈ ਉਹ ਡਿਪਾਰਟਮੈਂਟ ਵੱਲੋਂ ਜਿਹੜਾ ਉਹ ਸ਼ੁਰੂ ਨਹੀਂ ਕੀਤਾ ਜਾ ਰਿਹਾ। ਸੋ ਇਹ ਸਾਰੀਆਂ ਸਰਕਾਰ ਦੀਆਂ ਜਿਹੜੀਆਂ ਉਹ ਨਲਾਇਕੀਆਂ ਨੇ। ਸਰਕਾਰ ਜਿਹੜੀ ਹੈ ਉਹ ਪ੍ਰਾਈਵੇਟ ਦਾਇਰਾ ਲਿਆਉਣ ਦੇ ਵਿੱਚ ਜਿਹੜਾ ਉਹ ਅੱਗੇ ਵਧ ਰਹੀ ਹੈ, ਸਰਕਾਰੀ ਦਾਇਰਿਆਂ ਨੂੰ, ਸਕੂਲਾਂ ਨੂੰ ਜਿਹੜਾ ਉਹ ਖਤਮ ਕਰ ਰਹੀ ਹੈ। ਸੋ ਅਸੀਂ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜੋ ਅਸੀਂ ਸੰਘਰਸ਼ ਦੇ ਦੌਰਾਨ ਪੋਸਟਾਂ ਲਿੱਤੀਆਂ ਨੇ, ਉਹ ਸੰਘਰਸ਼ ਦੇ ਦੌਰਾਨ ਅਸੀਂ ਲਿੱਤੀਆਂ ਨੇ। ਇਹ ਸਕੂਲ ਵੀ ਜਿਹੜੇ ਸਰਕਾਰੀ ਹੈਗੇ ਆ ਉਹ ਚੱਲਣਗੇ, ਗਰੀਬਾਂ ਘਰਾਂ ਦੇ ਬੱਚਿਆਂ ਨੂੰ ਵੀ ਅਸੀਂ ਸਕੂਲਾਂ ਦੇ ਵਿੱਚ ਪੜ੍ਹਾਵਾਂਗੇ। ਤਾਂ ਇਹ ਸਰਕਾਰ ਦੇ ਅੱਗੇ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਸਕੂਲ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਟੀਚਰ ਨਹੀਂ ਗਏ। ਅਸੀਂ ਸੜਕਾਂ 'ਤੇ ਬੈਠੇ ਹਾਂ, ਸਾਡੀਆਂ ਮੰਗਾਂ ਜਿਹੜੀਆਂ ਬਿਲਕੁਲ ਜਾਇਜ਼ ਨੇ, ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨ ਲਿੱਤੀਆਂ ਜਾਣ।
ਓਵਰਏਜ ਸਾਡੇ ਸਾਥੀ ਜਿਹੜੇ ਹੋ ਚੁੱਕੇ ਨੇ ਉਹਨਾਂ ਨੂੰ ਇਹਨਾਂ ਪੋਸਟਾਂ ਦੇ ਵਿੱਚ ਜਿਹੜਾ ਉਹ ਮੌਕਾ ਜਿਹੜਾ ਇੱਕ ਵਾਰੀ ਜ਼ਰੂਰ ਦਿੱਤਾ ਜਾਵੇ, ਕਿਉਂਕਿ ਉਹ ਸਰਕਾਰ ਦੀ ਨਲਾਇਕੀ ਕਾਰਨ ਕਿ 5 ਸਾਲਾਂ ਦੇ ਵਿੱਚ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਘਰ ਘਰ ਨੌਕਰੀ ਦੇਵਾਂਗੇ, ਪਰੰਤੂ ਸਰਕਾਰ ਨੇ ਇੱਕ ਵੀ ਸਾਮੀ ਜਿਹੜੀ ਹੈ ਈਟੀਟੀ ਦੀ ਜਿਹੜੀ ਹੈ ਉਹ ਨਹੀਂ ਕੱਢੀ। ਤਾਂ ਕਰਕੇ ਅੱਜ ਜਿਹੜੇ ਸਾਥੀ ਓਵਰਏਜ ਜਿਹੜੇ ਹੋ ਚੁੱਕੇ ਆ, ਰੁਜ਼ਗਾਰ ਲੈਣ ਤੋਂ ਬਾਹਰ ਹੋ ਚੁੱਕੇ ਆ। ਤਾਂ ਸਾਥੀ ਬਲਵਿੰਦਰ ਸਿੰਘ ਫਿਰੋਜ਼ਪੁਰ ਤੋਂ 9 ਦਿਨ ਹੋ ਚਲੇ ਸੀਗੇ ਉਹ ਸਾਥੀ ਨੂੰ ਬੈਠੇ ਹੋਏ ਅੱਜ ਮਰਨ ਵਰਤੇ। ਤਾਂ ਧੱਕੇਸ਼ਾਹੀ ਦੇ ਨਾਲ ਅੱਜ ਜਬਰੀ ਜਿਹੜਾ ਉਹ ਸਾਡੇ ਸਾਥੀ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਚੁੱਕ ਕੇ ਜਿਹੜਾ ਮੁਹਾਲੀ ਦੇ ਹੌਸਟਲ ਦੇ ਵਿੱਚ ਜਿਹੜਾ ਉਹ ਭੇਜ ਦਿੱਤਾ ਗਿਆ, ਕਿਉਂਕਿ ਸਰਕਾਰ ਦੀ ਨਲਾਇਕੀ ਦੇ ਕਾਰਨ ਅੱਜ ਵੀ ਜਿਹੜਾ ਉਹ ਸਾਡੇ ਸਾਥੀ ਜਿਹੜੇ ਓਵਰਏਜ ਹੋ ਚੁੱਕੇ ਨੇ, ਉਹ ਰੁਜ਼ਗਾਰ ਲੈਣ ਤੋਂ ਜਿਹੜਾ ਉਹ ਬਾਹਰ ਹੋ ਚੁੱਕੇ ਨੇ। ਸੋ ਸਰਕਾਰ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਸਾਡੀਆਂ ਮੰਗਾਂ ਦਾ ਜਿਹੜਾ ਉਹ ਜ਼ਰੂਰ ਹੱਲ ਕਰੇ। ਜੇਕਰ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੀਐਮ ਸਾਹਿਬ ਸਿੱਧੇ ਤੌਰ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੀਆਂ ਰੈਲੀਆਂ ਜਿਹੜੀਆਂ ਨੇ ਉਹ ਅਸੀਂ ਭੰਗ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਐਮਐਲਏ ਚੋਣ ਜ਼ਾਬਤਾ ਤੋਂ ਬਾਅਦ ਜਿਹੜੇ ਉਹ ਇਲੈਕਸ਼ਨ ਲੜਨਗੇ, ਉਹਨਾਂ ਦੀ ਜ਼ਮਾਨਤਾਂ ਜਿਹੜੀਆਂ ਉਹ ਜ਼ਬਤ ਹੋਣਗੀਆਂ, ਕਿਉਂਕਿ ਤੁਸੀਂ ਸਾਡੇ ਨਾਲ ਵਾਅਦੇ ਕਰੇ ਹੋਏ ਨੇ, ਉਹ ਤੁਹਾਨੂੰ ਅਸੀਂ ਭੱਜਣ ਨਹੀਂ ਦਿਆਂਗੇ। ਸਾਡੇ ਵਾਅਦੇ ਜਿਹੜੇ ਆ ਉਹ ਸਿੱਖਿਆ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਕਿ ਪਹਿਲਾਂ ਵਿਜੇਂਦਰ ਸਿੰਘਲਾ ਸਨ, ਉਸ ਤੋਂ ਬਾਅਦ ਪ੍ਰਗਟ ਸਿੰਘ ਜੀ ਤੁਸੀਂ ਆਇਓ। ਤੁਹਾਨੂੰ ਅਸੀਂ ਤੁਹਾਡੇ ਅੱਗੇ ਅਪੀਲ ਕਰਨਾ ਚਾਹੁੰਦੇ ਹਾਂ। ਸਾਨੂੰ ਪਹਿਲਾਂ ਇਹ ਲੱਗਿਆ ਸੀਗਾ ਕਿ ਤੁਸੀਂ ਬਹੁਤ ਵਧੀਆ ਜਿਹੜੇ ਉਹ ਨਵੇਂ ਨਿਯੁਕਤ ਜਿਹੜੇ ਸਾਡੇ ਸਿੱਖਿਆ ਮੰਤਰੀ ਆਇਓ, ਸਾਡੇ ਲਈ ਸਾਡੇ ਰੁਜ਼ਗਾਰ ਦਾ ਜਿਹੜਾ ਤੁਸੀਂ ਹੱਲ ਜਿਹੜਾ ਜ਼ਰੂਰ ਕਰੋਗੇ, ਪਰੰਤੂ ਅੱਜ ਬਹੁਤ ਸਾਰੀ ਸਾਡੇ ਵਿੱਚ ਨਿਰਾਸ਼ਾ ਹੈ ਕਿ ਤੁਹਾਨੂੰ 1.5-2 ਮਹੀਨੇ ਹੋ ਚੱਲੇ ਨੇ ਤੁਸੀਂ ਇਸ ਕੁਰਸੀ ਤੇ ਬੈਠੇ ਹੋਏ, ਪਰੰਤੂ ਅੱਜ ਹਜੇ ਤੱਕ ਵੀ ਅਸੀਂ ਜਿਹੜੇ ਆ ਉਹ ਸੜਕਾਂ ਦੇ ਉੱਪਰ ਰੋਲ ਰਹੇ ਆ। ਸੋ ਸਾਡੀ ਇੱਕ ਤੁਹਾਡੇ ਅੱਗੇ ਬੇਨਤੀ ਹੈ ਕਿ ਸਾਡੀ ਜਿਹੜੀ ਹੈ ਈਟੀਟੀ ਦੀ 2364 ਪੋਸਟ ਹੈ, 6635 ਪੋਸਟ ਹੈ, ਉਸ ਨੂੰ ਸਿਰੇ ਤੱਕ ਲਾਇਆ ਜਾਵੇ ਤਾਂ ਜੋ ਪ੍ਰਾਇਮਰੀ ਸਕੂਲ ਦੇ ਵਿੱਚ ਗਰੀਬ ਘਰਾਂ ਦੇ ਬੱਚੇ ਜਿਹੜੇ ਪੜ੍ਹ ਰਹੇ ਆ ਉਹਨਾਂ ਨੂੰ ਅਸੀਂ ਪੜ੍ਹਾ ਸਕੀਏ ਅਤੇ ਸਿੱਖਿਆ ਦੇ ਮਿਆਰ ਨੂੰ ਜਿਹੜਾ ਉੱਚਾ ਚੁੱਕ ਸਕੀਏ। ਸੋ ਦੂਸਰੀ ਗੱਲ ਇਹ ਹੈ ਕਿ ਸੀਐਮ ਸਾਹਿਬ ਜੀ ਤੁਸੀਂ ਗਰਾਊਂਡ ਲੈਵਲ ਤੇ ਆਓ, ਇਹ ਨਾ ਹੋਵੇ ਕਿ ਤੁਸੀਂ ਇੱਕ ਮੀਡੀਆ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਰਹੋ। ਅਸੀਂ ਖਰੜ ਦੇ ਵਿੱਚ ਦੇਸੂ ਮਾਜਰਾ ਟੈਂਕੀ ਦੇ ਉੱਪਰ 2 ਸਾਡੇ ਸਾਥੀ ਡਟੇ ਹੋਏ ਨੇ, ਜਿਹੜੀ ਬਿਲਕੁਲ ਜਾਇਜ਼ ਕਰੋ ਤਾਂ ਜੋ ਸਾਨੂੰ ਰੁਜ਼ਗਾਰ ਜਿਹੜਾ ਉਹ ਮਿਲ ਸਕੇ। ਸੋ ਸਾਰੇ ਸਾਥੀਆਂ ਨੂੰ ਕਿ ਆਪਣਾ ਧਰਨਾ ਖਰੜ ਦੇ ਵਿੱਚ ਦੇਸੂ ਮਾਜਰਾ ਟੈਂਕੀ ਦੇ ਕੋਲ ਚੱਲ ਰਿਹਾ ਹੈ, ਰੈਗੂਲਰ ਧਰਨਾ ਚੱਲ ਰਿਹਾ, ਜਿੰਨੀ ਦੇਰ ਤੱਕ ਆਪਣੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੁੰਦੀਆਂ। ਤਾਂ ਸਾਰੇ ਸਾਥੀ ਖਰੜ ਪਹੁੰਚੋ, ਸਾਥ ਦਿਓ ਵੱਧ ਤੋਂ ਵੱਧ। ਸਾਡੇ ਵੀਰ ਭੈਣ ਇਹਨਾਂ ਘਰਾਂ ਦੇ ਵਿੱਚ ਬੈਠ ਕੇ ਸੋਚੋ ਕਿ ਕੋਈ ਉੱਥੇ ਬੈਠੇ ਹੋਏ ਨੇ ਤਾਂ ਆਪਣਾ ਧਰਨਾ ਜਿੱਤ ਲਵਾਂਗੇ। ਇਹ ਤੁਹਾਡੇ ਸਾਥ ਤੋਂ ਬਗੈਰ ਨਹੀਂ ਜਿੱਤੇ ਜਾਣਾ। ਜਿੰਨੀ ਦੇਰ ਤੱਕ ਤੁਸੀਂ ਇੱਥੇ ਨਾ ਪਹੁੰਚੋਗੇ, ਮੋਢੇ ਨਾਲ ਮੋਢਾ ਜੋੜ ਕੇ ਨਾ ਬੈਠੋਗੇ, ਵੱਡੀ ਗਿਣਤੀ ਦੇ ਵਿੱਚ ਸਰਕਾਰ ਦੇ ਉੱਪਰ ਪ੍ਰੈਸ਼ਰ ਨਾ ਬਣਾਓਗੇ, ਉਨੀ ਦੇਰ ਤੱਕ ਆਪਾਂ ਜਿਹੜਾ ਇਹ ਮੋਰਚਾ ਫਤਿਹ ਨਹੀਂ ਕਰ ਪਾਵਾਂਗੇ। ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਾਰੇ ਸਾਥੀ ਪਹੁੰਚੋ। ਤੇ ਇੱਕ ਬੇਨਤੀ ਹੋਰ ਮੈਂ ਕਰਨਾ ਚਾਹੁੰਦਾ ਕਿ ਤਨ ਮਨ ਅਤੇ ਧਨ ਜਿੰਦੇ ਵਿੱਚ ਸਾਨੂੰ ਫੰਡ ਦੀ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰਤ ਹੈ। ਇੱਥੇ ਵੀ ਆਪਣਾ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਹੈ। ਕੋਰਟ ਦੇ ਵਿੱਚ ਵੀ ਸਰਕਾਰ ਦੀ ਗਲਤ ਨੀਤੀਆਂ ਦੇ ਕਾਰਨ ਆਪਾਂ ਐਡਵੋਕੇਟ ਜਿਹੜੇ ਕਰੇ ਹੋਏ ਆ ਆਪਣੀ ਭਰਤੀ ਨੂੰ ਸੇਫ ਰੱਖਣ ਦੇ ਲਈ, ਉੱਥੇ ਵੀ ਆਪਾਂ ਜਿਹੜਾ ਪੈਸਾ ਜਿਹੜਾ ਉਹਨਾਂ ਨੂੰ ਦੇਣਾ ਹੈ। ਇਸ ਲਈ ਸਾਰੇ ਸਾਥੀਆਂ ਨੂੰ ਅਪੀਲ ਹੈ ਵੱਧ ਤੋਂ ਵੱਧ ਨਿਰਮਲ ਸਿੰਘ ਦੇ ਨਾਮ ਤੇ ਜਿਹੜਾ ਆਪਣਾ ਅਕਾਊਂਟ ਜਿਹੜਾ ਜਥੇਬੰਦੀ ਦਾ ਹੈਗਾ ਉਸ ਦੇ ਵਿੱਚ ਫੰਡ ਦੀ ਜਿਹੜੀ ਹੈ ਉਹ ਤੁਸੀਂ ਫੰਡ ਜਿਹੜਾ ਹੈ ਉਸ ਦੇ ਵਿੱਚ ਜਿਹੜਾ ਡਿਪੋਜ਼ਿਟ ਕਰਾਓ ਤਾਂ ਜੋ ਅੱਗੇ ਆਪਾਂ ਜਿਹੜੇ ਸਫਲ ਹੋ ਸਕੀਏ। ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਜੈ ਜੰਗ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ। ਸਾਥੀਓ ਜਿਹੜੇ ਵਿੱਚ ਕਮੈਂਟ ਕਾਫੀ ਲੋਕਾਂ ਵੱਲੋਂ ਕੀਤੇ ਜਾ ਰਹੇ ਸੀ, ਉਹਨਾਂ ਕਮੈਂਟਾਂ ਤੇ ਥੋੜੀ ਜੀ ਗੱਲਬਾਤ ਕਰਨਾ ਚਾਹਾਂਗੇ ਕਿ ਸਭ ਤੋਂ ਜਿਹੜੇ ਜ਼ਿਆਦਾ ਕਮੈਂਟ ਉਹ 18-20 ਬੈਚ ਦੇ ਕੀਤੇ, ਵਾਰ-ਵਾਰ 18-20 ਬੈਚ ਦੀਆਂ ਵਿੱਚ ਗੱਲਾਂ ਕੀਤੀਆਂ ਜਾ ਰਹੀਆਂ। ਤਾਂ ਮੈਂ ਉੱਥੇ ਸਾਥੀਆਂ ਨੂੰ ਇੱਕ ਗੱਲ ਦੱਸਣਾ ਚਾਹੂੰਗਾ ਕਿ ਤੁਸੀਂ ਆਪਦੇ ਮਨ 'ਚ ਜੋ ਘਬਰਾਹਟ ਰੱਖ ਰਹੇ ਹੋ, ਜੇਕਰ ਤੁਸੀਂ ਟਰਮ ਐਂਡ ਕੰਡੀਸ਼ਨ ਸਾਰੀਆਂ ਪੂਰੀਆਂ ਕਰਦੇ ਹੋ ਤਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਘਬਰਾਉਣ ਦੀ ਲੋੜ ਨਹੀਂ। ਤੁਸੀਂ ਅੱਜ ਮੈਨੂੰ ਕਾਫੀ ਸਾਥੀਆਂ ਨੇ ਮੇਰੇ ਪਰਸਨਲ WhatsApp ਤੇ ਵੀ ਸਾਰਿਆਂ ਨੇ ਭੇਜਿਆ ਕਿ ਅਸੀਂ ਸੁਪਰੀਮ ਕੋਰਟ ਦੀ ਕੋਈ ਜੱਜਮੈਂਟ ਵੀ ਲੈ ਆਏ ਆ। ਜਦੋਂ ਤੁਹਾਡੇ ਕੋਲ ਸਾਰੀਆਂ ਤੁਸੀਂ ਟਰਮ ਐਂਡ ਕੰਡੀਸ਼ਨ ਪੂਰੀਆਂ ਕਰਦੇ ਹੋ ਤਾਂ ਫਿਰ ਤੁਸੀਂ ਵਾਰ-ਵਾਰ ਇੱਦਾਂ ਘਬਰਾਉਣ ਦੀ ਲੋੜ ਨਹੀਂ। ਯੂਨੀਅਨ ਦਾ ਸਾਥ ਦਿਓ, ਜਿਹੜੀ ਯੂਨੀਅਨ ਪਿਛਲੇ 4.5 ਸਾਲ ਤੋਂ ਲੜ ਰਹੀ ਆ, ਉਸ ਮੈਦਾਨ ਦੇ ਵਿੱਚ, ਉਹ ਜੰਗ ਦੇ ਮੈਦਾਨ ਦੇ ਵਿੱਚ ਉਤਰੋ ਤਾਂ ਜੋ ਜਿਹੜੀਆਂ ਤੁਸੀਂ ਆਪਦੇ 18-20 ਬੈਚ ਦੀ ਗੱਲ ਕਰਦੇ ਜੇ, ਆਪਾਂ 6635 ਤੇ ਜਿਹੜੀਆਂ ਆਪਣੀਆਂ ਪੋਸਟਾਂ ਖਤਰੇ 'ਚ ਆ 2364 ਆਪਾਂ ਉਹਨਾਂ ਨੂੰ ਬਚਾਉਣਾ। ਪਹਿਲਾਂ ਆਪਾਂ ਉਹਨਾਂ ਨੂੰ ਬਚਾ ਲਈਏ ਤੇ 18-20 ਬੈਚ ਦੀ ਵੀ ਗੱਲ ਆਪਾਂ ਕਰ ਲਾਂਗੇ। ਤਾਂ ਦੂਜਾ ਸਾਥੀਓ ਇੱਕ ਨਿੱਕੀ ਜਿਹੀ ਅਪੀਲ ਹੋਰ ਕਰਨਾ ਚਾਹੂੰਗਾ
ਕਿ ਜਿਹੜਾ ਆਪਣਾ ਪਰਸੋਂ ਧਰਨਾ ਸੀ ਤੁਸੀਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਤੇ ਕੱਲ ਵੀ ਕਾਫੀ ਸਾਥੀ ਇੱਥੇ ਡਟੇ ਰਹੇ ਤੇ ਕੁਝ ਸਾਥੀ ਵਾਪਸ ਗਏ ਚਲੇ। ਤਾਂ ਮੈਂ ਉੱਥੇ ਇੱਕ ਸਾਥੀਓ ਤੁਹਾਨੂੰ ਅਪੀਲ ਕਰਨਾ ਚਾਹੂੰਗਾ, ਜੇਕਰ ਜੰਗ ਜਿੱਤਣੀ ਆ, ਜੇਕਰ ਇਸ ਮੋਰਚੇ ਤੋਂ ਕੁਝ ਖੱਟ ਕੇ ਲੈ ਕੇ ਜਾਣਾ ਤਾਂ ਤੁਹਾਨੂੰ ਇੱਥੇ ਬਿਸਤਰੇ ਬੰਨ੍ਹ ਕੇ ਆਉਣਾ ਪਊਗਾ, ਆਪਦਾ ਪ੍ਰਬੰਧ ਆਪ ਨੂੰ ਕਰਕੇ ਆਉਣਾ ਪਊਗਾ, ਯੂਨੀਅਨ ਦੇ ਸਿਰ ਤੇ ਨਹੀਂ। ਜਿੱਦਾਂ ਦਿੱਲੀ ਮੋਰਚੇ ਦੇ ਉੱਪਰ ਕਿਸਾਨ ਬੈਠੇ ਆ, ਦਿੱਲੀ ਮੋਰਚੇ ਦੇ ਉੱਪਰ ਉਹ ਆਪਦਾ ਪ੍ਰਬੰਧ ਆਪ ਕਰਕੇ ਗਏ ਆ, ਕਿਸੇ ਯੂਨੀਅਨ ਨੇ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ। ਆਪਦਾ ਪ੍ਰਬੰਧ ਆਪ ਕਰਕੇ ਆਓਗੇ, ਥੱਲੇ ਵਿਛਾਉਣ ਨੂੰ ਤੇ ਉੱਤੇ ਲੈਣ ਨੂੰ ਬਿਸਤਰਾ ਨਾਲ ਲੈ ਕੇ ਆਓ, ਸੜਕ ਦੇ ਕੰਢੇ ਤੇ ਸੌਣਾ ਪਵੇ, ਜਿੱਥੇ ਸੌਣਾ ਪਵੇ। ਜਿੱਦਣ ਤੁਸੀਂ ਉੱਦਾਂ ਆ ਗਏ, ਘਰੋਂ ਧਾਰ ਕੇ ਆ ਗਏ ਕਿ ਜਿੰਨਾ ਚਿਰ ਸਾਨੂੰ ਹੱਕ ਨਹੀਂ ਮਿਲਦੇ ਅਸੀਂ ਵਾਪਸ ਨਹੀਂ ਆਉਣਾ। ਇਹ ਨਹੀਂ ਇੱਕ ਦਿਨ ਆਏ, 2 ਦਿਨ ਆਏ, ਪਿਕਨਿਕ ਮਨਾਈ ਤੇ ਇੱਥੋਂ ਚਲੇ ਗਏ, ਬਾਅਦ 'ਚ ਅੱਜ ਹੀ ਸਾਥੀਆਂ ਦੇ ਫੋਨ ਆਉਣ ਲੱਗ ਪਏ ਆ ਤੁਸੀਂ ਅਗਲਾ ਪ੍ਰੋਗਰਾਮ ਦਿਓ ਅਸੀਂ ਫੇਰ ਆਵਾਂਗੇ। ਉਹ ਜਿਹੜਾ ਤੁਸੀਂ ਕੱਲ ਪ੍ਰੋਗਰਾਮ ਕਰਕੇ ਗਏ, ਕੱਲ ਤੁਹਾਨੂੰ ਅਪੀਲ ਕਰੀ ਕਿ ਕਿਸੇ ਨੇ ਨਹੀਂ ਜਾਣਾ ਤੇ ਅਸੀਂ ਕਿਸੇ ਕੰਮ ਵਾਸਤੇ ਥੋੜਾ ਜਿਹਾ ਬਾਹਰ ਗਏ, ਆਣ ਕੇ ਵੇਖਿਆ ਕੇਡਰ ਇੱਥੇ 20-25 ਜਣੇ ਰਹਿ ਗਏ। ਤਾਂ ਇੱਥੇ ਅਸੀਂ ਜ਼ਿੰਮੇਵਾਰ ਕਿਹਨੂੰ ਠਹਿਰਾਈਏ? ਜਿਹੜੀ ਆਪਾਂ ਐਡੀ ਜੰਗ ਸ਼ੁਰੂ ਕਰੀ ਉਹਨੂੰ ਆਪਾਂ ਕਿਸ ਤਰ੍ਹਾਂ ਜਿੱਤਾਂਗੇ? ਤਾਂ ਮੇਰੀ ਅਪੀਲ ਆ ਕਿ ਘਰਦਿਆਂ ਨੂੰ ਕਹਿ ਦਿਓ ਸਾਰੇ ਹੁਣ ਵਿਹਲੇ ਆ, ਸਿਆਲ ਦਾ ਟਾਈਮ ਆ, ਕਣਕਾਂ ਬੀਜ ਲੀਆਂ, ਸਾਰੇ ਪਾਸਿਓਂ ਵਿਹਲੇ ਆ ਤੇ ਬਿਸਤਰੇ ਨਾਲ ਲੈ ਕੇ ਆਓ। ਜਿੰਨਾ ਚਿਰ ਮਸਲਾ ਹੱਲ ਨਹੀਂ ਹੁੰਦਾ, ਪਤਾ ਲੱਗ ਜੇ ਚੰਨੀ ਰੋਜ਼ ਇੱਥੋਂ ਲੰਘਦਾ ਕਿ ਸੜਕ ਦੇ ਦੋਵਾਂ ਪਾਸੇ ਬੇਰੁਜ਼ਗਾਰ ਸੁੱਤੇ ਹੋਣ ਰਾਤਾਂ ਨੂੰ, ਜਦੋਂ ਉਹਦੀ 11:30 12 1 ਵਜੇ ਗੱਡੀ ਲੰਘਦੀ ਆ ਤੇ ਉਹਨੂੰ ਪਤਾ ਲੱਗੇ ਇਹ ਬੇਰੁਜ਼ਗਾਰਾਂ ਦਾ ਜਿੰਨਾ ਚਿਰ ਹੱਲ ਨਹੀਂ ਕੀਤਾ ਤਾਂ ਇਹਨਾਂ ਬੇਰੁਜ਼ਗਾਰਾਂ ਨੇ ਮੇਰੇ ਖਰੜ ਸ਼ਹਿਰ ਦਾ ਖਹਿੜਾ ਨਹੀਂ ਛੱਡਣਾ। ਤਾਂ ਉਸ ਦਿਨ ਤੁਹਾਡੇ ਮਸਲੇ ਹੱਲ ਹੋਣੇ ਆ। ਇੱਕ ਦਿਨ ਆ ਕੇ ਦੂਜੇ ਦਿਨ ਤੁਸੀਂ ਚਲੇ ਜਾਂਦੇ ਹੋ ਤੇ ਤੀਜੇ ਦਿਨ ਫੋਨ ਕਰਕੇ ਫਿਰ ਪੁੱਛਦੇ ਹੋ ਅਗਲਾ ਪ੍ਰੋਗਰਾਮ ਸਾਨੂੰ ਦਿਓ। ਅਗਲਾ ਪ੍ਰੋਗਰਾਮ ਤੁਹਾਨੂੰ ਦੇਣ ਦੀ ਲੋੜ ਨਾ ਪਵੇ, ਜਿੰਨਾ ਚਿਰ ਮਸਲੇ ਹੱਲ ਨਾ ਹੋਣ ਆਪਾਂ ਇੱਥੇ ਬੈਠੀਏ, ਆਪਾਂ ਉਦੋਂ ਇੱਥੋਂ ਉੱਠ ਕੇ ਜਾਈਏ, ਜੁਆਇਨਿੰਗ ਲੈਟਰ ਲੈ ਕੇ ਘਰੇ ਜਾਈਏ, ਨਹੀਂ ਤਾਂ ਆਪਾਂ ਘਰੇ ਨਾ ਜਾਈਏ। ਫਿਰ ਤੁਹਾਡੀਆਂ ਮੰਗਾਂ ਜਿਹੜੀਆਂ ਤੁਸੀਂ ਕਹੋਗੇ ਸਰਕਾਰ ਤੋਂ ਉਹ ਮਨਵਾ ਲਾਂਗੇ। ਪਰ ਜਿੱਦਾਂ ਜਿਹੜੀ ਰਣਨੀਤੀ ਨਾਲ ਆਪਾਂ ਚੱਲ ਰਹੇ ਹਾਂ, ਸ਼ਾਇਦ ਆਪਾਂ ਆਪਣੀਆਂ ਮੰਗਾਂ ਤੋਂ ਕਿਤੇ ਵਾਂਝੇ ਨਾ ਰਹਿ ਜਾਈਏ। ਇਹ ਮੇਰੀ ਅਪੀਲ ਆ। ਕੋਈ ਪ੍ਰੋਗਰਾਮ ਪੁੱਛਣ ਦੀ ਲੋੜ ਨਹੀਂ, ਸਾਰੇ ਸਾਥੀ ਆਪਦਾ ਬੈਗ ਤਿਆਰ ਕਰੋ, ਬਿਸਤਰਾ ਤਿਆਰ ਕਰੋ ਤੇ ਇੱਥੇ ਪਹੁੰਚੋ। ਜਿੱਥੇ ਜਗ੍ਹਾ ਮਿਲਦੀ ਰਾਤ ਨੂੰ ਸੌਵੋ, ਸਵੇਰੇ ਸਾਰੇ ਇੱਥੇ ਪਹੁੰਚੋ, ਤਾਂ ਜਾ ਕੇ ਤੁਹਾਡੇ ਮਸਲੇ ਹੱਲ ਹੋਣੇ ਆ। ਮੇਰੀ ਅਪੀਲ ਆ। ਫਿਰ ਯੂਨੀਅਨ ਨੂੰ ਆਪਾਂ ਬਾਅਦ 'ਚ ਜ਼ਿੰਮੇਵਾਰ ਠਹਿਰਾਵਾਂਗੇ। ਯੂਨੀਅਨ ਨੇ ਨਹੀਂ ਕੀਤਾ, ਯੂਨੀਅਨ ਸਾਰੀ ਇੱਥੇ ਡਟੀ ਆ। ਕੱਲੇ ਦੀਪਕ ਪ੍ਰਧਾਨ ਨੇ ਤੁਹਾਨੂੰ ਨੌਕਰੀ ਨਹੀਂ ਲੈ ਕੇ ਦੇਣੀ, ਕੱਲੇ ਸੰਦੀਪ ਸਾਮੇ ਨੇ, ਕੱਲੇ ਸ਼ਰਿੰਦਰ ਕੰਬੋਜ ਨੇ ਨਹੀਂ ਨੌਕਰੀ ਲੈ ਕੇ ਦੇਣੀ, ਕੱਲੇ ਸੁਰਿੰਦਰਪਾਲ ਨੇ ਨਹੀਂ ਤੁਹਾਨੂੰ ਨੌਕਰੀ ਲੈ ਕੇ ਦੇਣੀ। ਸੁਰਿੰਦਰਪਾਲ ਨੇ 135 ਟਾਵਰ ਤੇ ਬੈਠ ਕੇ ਤੁਹਾਨੂੰ ਪੋਸਟਾਂ ਲੈ ਦਿੱਤੀਆਂ। ਤਾਂ ਹੁਣ ਉਹਨਾਂ ਪੋਸਟਾਂ ਨੂੰ ਪੂਰੀਆਂ ਕਰਵਾਉਣ ਲਈ ਤੁਸੀਂ ਵੀ ਆਪਦਾ ਘਰ-ਬਾਰ ਕੋਈ 10-15 ਦਿਨ ਲਈ ਛੱਡ ਕੇ ਇੱਥੇ ਆਵੋ, ਫਿਰ ਤੁਹਾਡੇ ਰੁਜ਼ਗਾਰ ਦਾ ਮਸਲਾ ਹੱਲ ਹੋਣਾ। ਘਰਾਂ 'ਚ ਕੰਮ ਸਾਰਿਆਂ ਨੂੰ ਜ਼ਰੂਰੀ ਆ, ਮਜਬੂਰੀਆਂ ਸਾਰਿਆਂ ਦੀਆਂ ਨੇ। ਜਿਹੜੇ ਇੱਥੇ ਬੈਠੇ ਆ ਬਹੁਤ ਵੱਡੀਆਂ ਮਜਬੂਰੀਆਂ ਛੱਡ ਕੇ ਬੈਠੇ ਹੋਏ ਆ। ਤਾਂ ਤੁਸੀਂ ਸਾਰੇ ਇੱਥੇ ਪਹੁੰਚੋ। ਹੁਣ ਤੁਸੀਂ ਪ੍ਰੋਗਰਾਮ ਦੀ ਨਾ ਕਾਲ ਮੰਗੋ, ਤੁਸੀਂ ਆਪਦਾ ਬਿਸਤਰਾ ਪੈਕ ਕਰੋ ਤੇ ਇੱਥੇ ਆ ਜਾਓ। ਸਿੱਧਾ ਪ੍ਰਧਾਨ ਜੀ ਨੂੰ ਆ ਕੇ ਕਹੋ ਅਸੀਂ ਆ ਗਏ ਹਾਂ, ਜਿੱਦਣ ਸਾਡੇ ਹੱਥ 'ਚ ਸਾਡਾ ਜੁਆਇਨਿੰਗ ਲੈਟਰ ਲੈ ਦਿਓਗੇ ਅਸੀਂ ਜਾਵਾਂਗੇ, ਫਿਰ ਸਰਕਾਰ ਤੁਹਾਡੀਆਂ ਮੰਗਾਂ ਮੰਨੂਗੀ। ਤਾਂ ਇਸ ਤੋਂ ਬਾਅਦ ਆਪਣੇ ਸੁਰਿੰਦਰਪਾਲ ਵੀਰ ਜੀ ਉਹ ਆਪਦੇ ਵਿਚਾਰ ਸਾਂਝੇ ਕਰਨਗੇ। ਸਾਥੀਓ, ਜਿਵੇਂ ਕਿ ਨਿਰਮਲ ਵੀਰ ਜੀ ਨੇ ਦੱਸਿਆ ਕਿ 135 ਦਿਨ ਦਾ ਜਿਹੜਾ ਪ੍ਰੋਟੈਸਟ ਆ, ਸੋ ਜਿਹਦੀ ਬਦੌਲਤ 66-35 ਪੋਸਟਾਂ ਆਈਆਂ। ਸੋ ਸਾਥੀਓ, ਜੇ ਮੈਂ ਇਕੱਲਾ 135 ਦਿਨ ਕੱਢ ਸਕਦਾ ਤੇ ਕੀ ਤੁਸੀਂ 35 ਦਿਨ ਨਹੀਂ ਕੱਢ ਸਕਦੇ? ਸੋ ਸਾਥੀਓ, ਸਿਰਫ ਸਰਕਾਰ ਕੋਲ ਵੀ 35 ਦਿਨ ਹੀ ਨੇ ਤੇ ਤੁਹਾਨੂੰ ਵੀ ਸਿਰਫ 35 ਦਿਨ ਹੀ ਇੱਥੇ ਸਾਨੂੰ ਮੋਰਚੇ ਦੇ ਜਿਹੜੇ ਉਹ ਦੇਣੇ ਪੈਣਗੇ। ਸੋ 35 ਦਿਨਾਂ ਦੇ ਵਿੱਚ ਹੱਲ ਜਿਹੜਾ ਪੁਖਤਾ ਤੌਰ ਤੇ, ਪੱਕੇ ਤੌਰ ਤੇ ਜਿਹੜਾ ਉਹ ਹੋਊਗਾ। ਔਰ ਜਿਹੜੀ ਆਪਾਂ ਗੱਲ ਕਰਦੇ ਆ ਕਿ ਸਾਡੇ ਮਸਲੇ ਜਿਹੜੇ ਨੇ, ਸਾਡੀਆਂ ਪੋਸਟਾਂ ਕੋਰਟਾਂ ਦੇ ਵਿੱਚ ਕਿਉਂ ਉਲਝੀਆਂ ਹੋਈਆਂ ਨੇ। ਸੋ ਸਾਥੀਓ, 4.5 ਸਾਲ ਸਰਕਾਰ ਦੇ ਔਰ ਉਹਨਾਂ 4.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਕੋਲ ਕੋਈ ਢੰਗ ਦਾ ਸਿੱਖਿਆ ਮੰਤਰੀ ਨਹੀਂ ਲੱਭਿਆ। ਚਾਰ ਸਿੱਖਿਆ ਮੰਤਰੀ ਜਿਹੜੇ ਹੁਣ ਜਿਹੜੇ ਪ੍ਰਗਟ ਸਿੰਘ ਜੀ ਨੇ, ਇਹ ਮੌਜੂਦਾ ਸਿੱਖਿਆ ਮੰਤਰੀ, ਇਹ ਚੌਥੇ ਨੰਬਰ ਦੇ ਸਿੱਖਿਆ ਮੰਤਰੀ ਨੇ। ਜਿੱਥੋਂ ਕਿ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਕੋਲ, ਕਾਂਗਰਸ ਪਾਰਟੀ ਕੋਲ, ਕਾਂਗਰਸ ਸਰਕਾਰ ਕੋਲ ਢੰਗ ਦਾ ਕੋਈ ਅਜੇ ਤੱਕ ਸਿੱਖਿਆ ਮੰਤਰੀ ਮਿਲਿਆ ਹੀ ਨਹੀਂ ਹੈਗਾ, ਜਿਹਦੀ ਬਦੌਲਤ ਸਾਡੀਆਂ ਪੋਸਟਾਂ ਲਗਭਗ ਜਿੰਨੀਆਂ ਵੀ ਪੋਸਟਾਂ ਉਹ ਜਾਂ ਤਾਂ ਰੱਦ ਹੋ ਰਹੀਆਂ ਨੇ ਜਾਂ ਕੋਰਟ ਦੇ ਵਿੱਚ ਫਸ ਰਹੀਆਂ ਨੇ। ਸੋ ਚੰਨੀ ਸਾਹਿਬ, ਆ ਜਿਹੜੇ ਤੁਸੀਂ ਜਿਹੜੀਆਂ ਚਾਲਾਂ ਤੁਸੀਂ ਚੱਲ ਰਹੇ ਹੋ, ਪੰਜਾਬ ਸਰਕਾਰ ਜਿਹੜੀਆਂ ਚਾਲਾਂ ਚੱਲ ਰਹੀ ਹੈ, ਜੋ ਕਾਂਗਰਸ ਸਰਕਾਰ ਜਿਹੜੀਆਂ ਚਾਲਾਂ ਚੱਲ ਰਹੀ ਹੈ ਕਿ ਆਪਾਂ ਬੇਰੁਜ਼ਗਾਰਾਂ ਨੂੰ
ਰੁਜ਼ਗਾਰ ਨਹੀਂ ਦੇਣਾ ਔਰ ਕੋਰਟਾਂ ਦਾ ਬਹਾਨਾ ਲਾ ਕੇ ਆਪਾਂ ਪੋਸਟਾਂ ਜਿਹੜੀਆਂ ਨੇ ਉਹ ਕੋਰਟਾਂ ਵਿੱਚ ਫਸਾ ਕੇ ਸੋ ਰੁਜ਼ਗਾਰ ਦੇਣ ਤੋਂ ਆਪਾਂ ਬਚ ਸਕਾਂਗੇ। ਸੋ ਚੰਨੀ ਸਾਹਿਬ ਇਸ ਵੇਲੇ ਸੀਐਮ ਦੀ ਜਿਹੜੀ ਡਿਊਟੀ ਆ ਉਹ ਕਾਂਗਰਸ ਸਰਕਾਰ ਨੇ ਤੁਹਾਡੇ ਮੱਥੇ ਜਿਹੜੀ ਹੈ ਉਹ ਮੜੀ ਹੋਈ ਹੈ। ਸੋ ਚੰਨੀ ਸਾਹਿਬ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿੰਨਾ ਚਿਰ ਸਾਡੇ ਮਸਲਿਆਂ ਦਾ ਹੱਲ ਨਹੀਂ ਜੇ ਹੁੰਦਾ ਉਹਨਾਂ ਚਿਰ ਤੁਹਾਡੇ ਜਿਹੜੇ ਚੋਣ ਮਨੋਰਥ ਜਿਹੜੇ ਆ 2022 ਵਾਲੇ ਨੇ ਆਪਾਂ ਇਹ ਵੀ ਉਵੇਂ ਹੀ ਮਿੱਟੀ 'ਚ ਰੋਲ ਕੇ ਰੱਖ ਦਿਆਂਗੇ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ। ਪੋਸਟਾਂ ਸਾਡੀਆਂ ਆ ਚੁੱਕੀਆਂ ਨੇ। ਓਵਰੇਜ ਜਿਹੜੇ ਸਾਡੇ ਸਾਥੀ ਹੋਏ ਸੀਗੇ ਉਹ ਤੁਹਾਡੀਆਂ ਅਣਗਹਿਲੀਆਂ ਕਰਕੇ ਤੁਹਾਡੀ ਸਰਕਾਰ ਦੀਆਂ ਅਣਗਹਿਲੀਆਂ ਕਰਕੇ ਜਿਹੜੇ ਸਾਡੇ ਸਾਥੀ ਓਵਰੇਜ ਹੋਏ ਨੇ ਕਿਉਂਕਿ ਪਿਛਲੇ 4.5 ਸਾਲਾਂ ਤੋਂ ਇੱਕ ਵੀ ਈਟੀਟੀ ਜਿਹੜਾ ਕੈਡਰ ਆ ਇੱਕ ਵੀ ਈਟੀਟੀ ਬੇਰੁਜ਼ਗਾਰ ਨੂੰ ਜਿਹੜਾ ਰੁਜ਼ਗਾਰ ਨਹੀਂ ਦਿੱਤਾ ਗਿਆ ਜਿਹਦੇ ਸਿੱਟੇ ਵਜੋਂ ਸਾਡੇ ਜਿਹੜੇ ਓਵਰੇਜ ਹੋ ਚੁੱਕੇ ਸਾਥੀ ਨੇ ਉਹ ਸੋ ਚੰਨੀ ਸਰਕਾਰ ਨੂੰ ਮੈਂ ਅੰਤ ਵਿੱਚ ਇਹੀ ਅਪੀਲ ਕਰਦਾ ਇਹੀ ਚੇਤਾਵਨੀ ਦਿੰਦਾ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਦਾ ਜਿਹੜਾ ਪੁਖਤਾ ਹੱਲ ਨਹੀਂ ਹੁੰਦਾ ਆ ਕੋਰਟ ਦੇ ਬਹਾਨੇ ਲਾਣੇ ਬੰਦ ਕਰ ਦਿਓ ਔਰ ਸਾਡੀਆਂ ਮੰਗਾਂ ਦਾ ਪੁਖਤਾ ਹੱਲ ਕਰੋ। ਸਾਡੀਆਂ ਲਗਭਗ ਜਿਹੜੀਆਂ 10,000 ਜਿਹੜੀਆਂ ਈਟੀਡੀ ਦੀਆਂ ਅਸਾਮੀਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਔਰ 2364 ਦਾ ਜਿਹੜਾ ਮਸਲਾ ਹੈ ਤੁਹਾਡੇ ਕੋਲ ਜਿਹੜੇ ਰਾਹ ਨੇ ਪੰਜਾਬ ਸਰਕਾਰ ਨੂੰ ਮੈਂ ਅਪੀਲ ਕਰਦਾ ਕਿ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੁੰਦੀ ਕਿਉਂਕਿ ਜਿਹੜਾ ਕੋਰਟ ਦਾ ਮਸਲਾ ਹੈ ਉਹ ਵੀ ਤੁਹਾਡੇ ਹੱਥੇ ਜਿਹੜੇ ਤੁਸੀਂ ਰਿਕਰੂਟਮੈਂਟ ਪਾਲਿਸੀਆਂ ਬਣਾਈਆਂ ਉਹ ਵੀ ਸਾਡੀਆਂ ਤੁਹਾਡੇ ਹੱਥ ਸੀਗੀਆਂ। ਸੋ ਤੁਹਾਡੀਆਂ ਗਲਤ ਪਾਲਿਸੀਆਂ ਕਰਕੇ ਅੱਜ ਜੇ ਭਰਤੀ ਕੋਰਟ ਦੇ ਵਿੱਚ ਲਟਕੀ ਹੋਈ ਹੈ ਸੋ ਇਹਦੇ ਜ਼ਿੰਮੇਵਾਰ ਤੁਸੀਂ ਹੈਗੇ ਹੋ ਨਾ ਕਿ ਅਸੀਂ ਹੈਗੇ ਹਾਂ। ਸੋ ਉਹਦਾ ਜਿਹੜਾ ਪੁਖਤਾ ਹੱਲ ਹੈ ਉਹ ਤੁਸੀਂ ਕਿਵੇਂ ਕਰਨਾ। ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਸਾਥੀ ਜੌਬ ਦੇ ਵਿੱਚ ਨਹੀਂ ਆਂਦਾ ਅਸੀਂ ਵੀ ਤੁਹਾਡਾ ਜਿਹੜਾ ਖਹਿੜਾ ਛੱਡਣ ਵਾਲੇ ਬਿਲਕੁਲ ਨਹੀਂ ਜੇ ਹੈਗੇ। ਬਹੁਤ ਬਹੁਤ ਧੰਨਵਾਦ।